ਤੁਹਾਡੇ ਤੇ ਘਰ ਆ ਕੇ ਉਹਨਾਂ ਤਸ਼ੱਦਦ ਕੀਤਾ ਹੈ, ਕਿੰਨੇ ਲੋਕ ਸੀ ਔਰ ਕੌਣ ਸੀ ਘਰ ਜਦੋਂ ਤੁਹਾਡੇ ਤੇ ਤਸ਼ੱਦਦ ਹੋਇਆ ਉਸ ਟਾਈਮ ਤੁਹਾਡੇ ਕੋਲ ਘਰ ਕੌਣ ਸੀ? ਉਸ ਵੇਲੇ ਮੈਂ ਸਾਂ, ਇੱਕ ਮੇਰਾ ਹਾਫਜ਼ ਕੁਰਾਨ ਦਾ ਹਾਫਜ਼ ਬੇਟਾ ਇਮਰਾਨ, ਇਹ ਸੀ ਮੌਜੂਦ। ਉਸ ਤੋਂ ਬਾਅਦ ਤਿੰਨ ਮੇਰੇ ਦੋ ਬੇਟੇ ਤੇ ਇੱਕ ਮੇਰਾ ਭਾਣਜਾ ਆਦਨ फैक्ट्री 'ਚ ਕੰਮ ਕਰਦੇ ਸੀ। ਉਹ ਉੱਤੋਂ मौके ਤੇ आए, उन्होंने आते साड़ी जान छुड़ी। अस्सलाम वालेकुम नादरीन, 42 HD TV के साथ मैं हूं आपका होस्ट उमैर अली। नादरीन, इस वक्त मेरे साथ एक चाचा जी मौजूद हैं जिन्होंने 2014 में 2 एकड़ ज़मीन खरीदी अपने रिश्तेदारों से। रजिस्ट्री के बाद सारे कागजात मुकम्मल हो गए, लेकिन जब इन्होंने फसल उगाई, फसल उगाने के बाद होता ही है कि जिन्होंने ज़मीन सेल की है वो आके इनकी फसल जो है काट के ले जाते हैं। ये 2014 से अदालतों के धक्के खा रहे हैं। मेरे साथ ये मौजूद हैं, इनसे बात करते हैं और इन मज़ीद जो है मामला इनसे जानते हैं कि ये सारा मामला क्या हुआ, ज़मीन कितनी थी और वो कौन लोग थे जिनसे इन्होंने ज़मीन खरीदी। अस्सलाम वालेकुम। वालेकुम सलाम। अच्छा चाचा जी, मैंने ये दसो कि टोटल ज़मीन कितनी सी जिहड़ी तुसीं खरीदी सी ते किहड़े सन च खरीदी सी? ਜ਼ਮੀਨ ਟੋਟਲ 2013 ਦੇ ਵਿੱਚ 4 ਕਨਾਲਾਂ ਮੈਨੂੰ ਬਸ਼ੀਰਵਾਲ ਦੇ ਸ਼ਾਬਦੀਨ ਨੇ ਵੇਚੀ। ਉਸ ਤੋਂ ਪਿੱਛੇ ਮੈਨੂੰ ਜਮੀਲ ਨੇ ਵੇਚੀ 4 ਕਨਾਲ 18 ਮਰਲੇ। ਉਸ ਤੋਂ ਪਿੱਛੇ ਬਲਾਲ ਇਹਨਾਂ ਦਾ ਬਨੋਈਏ ਔਰ ਇਹਨਾਂ ਦੀ ਭੈਣ, ਉਹਨੇ ਵੇਚੀ ਮੈਨੂੰ 7 ਕਨਾਲ 8 ਮਰਲੇ। ਜਦੋਂ ਮੈਂ ਕੋਈ ਫਸਲ ਉਹਦੇ 'ਚ ਮੈਂ ਫਸਲ ਕਾਸ਼ਤ ਕਰਨਾ, ਉਹ ਮੇਰੀ ਫਸਲ ਹੀ ਕੱਟ ਲੈਂਦੇ ਨੇ, ਜਾਂ ਵਾਹ ਦਿੰਦੇ ਨੇ ਜਾਂ ਕੱਟ ਲੈਂਦੇ ਨੇ। ਖਾਲਾ ਢਾਤਾ, ਦਰਖਤ ਪੱਟ ਲਏ, ਮੈਂ ਪੁਲਿਸ ਵਾਲੇ ਜਾਣਾ ਤੇ ਮੈਨੂੰ ਆਂਦੇ ਨੇ ਤੂੰ ਹੈਗਾ ਹੀ ਝੂਠਾ ਹੈ। ਉਸ ਤੋਂ ਬਾਅਦ ਜਨਾਬ ਪੰਚਾਇਤ ਹੋਈ, ਨਾਇਤ ਨੰਬਰਦਾਰ ਕੋਲੇ 2017 11ਵਾਂ ਮਹੀਨਾ 10 ਤਰੀਕ ਨੂੰ ਉਹਨੇ ਮੇਰੇ ਕੋਲ ਸਰ ਜ਼ਮੀਨ ਵੀ ਲੈ ਲਈ, ਚੈੱਕ ਵੀ ਲੈ ਲਿਆ ਕਿ ਤੈਨੂੰ 2018 ਦੇ 12ਵੇਂ ਮਹੀਨੇ 'ਚ 18 ਲੱਖ ਰੁਪਈਆ ਦੇ ਦਿੰਨੇ ਆ। ਉਹਨੇ ਸਰ ਮਨ 'ਚ ਖਿਆਨਤ ਕੀਤੀ ਕਿ ਉਸ ਤੋਂ ਬਾਅਦ ਉਹਨੇ ਮੇਰੇ 2020 ਦੇ 12ਵੇਂ ਮਹੀਨੇ 'ਚ ਆ ਤੇ 2 ਤਰੀਕ ਨੂੰ ਕਿ 3 ਤਰੀਕ ਨੂੰ ਮੇਰੇ ਤੇ ਪਰਚਾ ਕਰਾਤਾ ਝੂਠਾ। ਜਿਹੜੀ ਤੁਹਾਡੀ ਪੰਚਾਇਤ ਹੋਈ ਸੀ ਉਹਦੇ ਵਿੱਚ ਤੁਹਾਡਾ ਕਿਹੜਾ ਐਗਰੀਮੈਂਟ ਹੋਇਆ ਸੀ, ਕੀ ਸੀ ਉਹਦੇ 'ਚ? 18 ਲੱਖ ਉਹਨਾਂ ਤੁਹਾਨੂੰ ਵਾਪਸ ਦੇਣਾ ਸੀ, ਜ਼ਮੀਨ ਤੁਸੀਂ ਉਹਨਾਂ ਨੂੰ ਲਿਖ ਕੇ ਦੇ ਦਿੱਤੀ ਸੀ? ਹਾਂ, ਉਹਦੇ ਵਿੱਚ ਇਹਨਾਂ ਨੇ ਜਨਾਬ ਮੈਨੂੰ ਰੁਪਈਆ ਦਿੱਤਾ ਸੀ ਚੌਰੀ ਮਨਸ਼ੇ ਦੇ ਪੁੱਤਰ ਕੋਲੇ ਅਸ਼ਰਫ ਕੋਲੇ ਬਹਿ ਤੇ ਡੇਰੇ ਤੇ 2 ਲੱਖ ਰੁਪਈਆ। ਮੈਂ ਨਾਇਦ ਨੂੰ ਆਖਿਆ ਵੀ ਜਿਹੜੀ ਮੇਰੀ ਕਣਕ ਵੱਡੀ ਜੋ 2 ਲੱਖ ਮੈਨੂੰ ਮਿਲ ਗਿਆ, ਬਾਕੀ ਮੈਨੂੰ ਪੈਸੇ ਦਿਓਗੇ ਤਾਂ ਮੈਂ ਤੁਹਾਨੂੰ ਜ਼ਮੀਨ ਦਿਆਂਗਾ। ਮੇਰੇ ਤੇ ਝੂਠੇ ਕੇਸ, ਝੂਠੇ FIR, ਝੂਠੀਆਂ ਸ਼ਹਾਦਤਾਂ। ਮੇਰਾ ਕੀ ਕਸੂਰ ਹੈ? ਕਸੂਰ ਹੈ ਕਿ ਮੈਂ ਉਹਨਾਂ ਨੂੰ ਪੈਸੇ ਦੇ ਬੈਠਾ ਤੇ ਜ਼ਮੀਨ ਖਰੀਦ ਬੈਠਾ ਤੇ ਹੁਣ ਮੈਨੂੰ ਜਨਾਬ ਗਰੀਬ ਨੂੰ ਲੁੱਟੀ ਖੜੇ ਨੇ। ਆਪ ਝੂਠੀ FIR ਦੇ ਕੇ ਮੇਰੇ ਪੁੱਤਰ ਕੋਲ 2 ਮਈ ਇੱਕ ਵੈੜਕਾ ਵੀ ਲੈ ਗਿਆ ਵੀ ਤੈਨੂੰ ਛੁਡਾਵਾਂਗੇ। ਡਿਪਟੀ ਕਰਾਮਤ ਸਾਹਿਬ ਜਿਹੜੇ ਨੇ ਉਹ ਨੇ ਅਸਦ ਸਾਹਿਬ ਦੇ ਸਾਲੇ ਨੇ, ਅਸਦ ਸਾਹਿਬ ਨਾਜ਼ਮ ਸਾਹਿਬ ਝੋਕ ਵਾਲੇ ਨੇ। ਉਸ ਤੋਂ ਬਾਅਦ ਮੈਂ ਸਰਦਾਰ ਕੋਲੇ ਵੀ ਗਿਆ, ਸਰਦਾਰ ਆਸਫ ਕੋਲੇ, ਉਹਨੂੰ ਮੈਂ ਦੱਸਿਆ ਜਨਾਬ ਪਰਚਾ ਬਿਲਕੁਲ ਝੂਠਾ ਹੈ। ਡਿਪਟੀ ਕਰਾਮਤ ਨੇ ਕਿਹਾ ਵੀ 4 ਵਜੇ ਆ ਜੀ, ਮੈਂ ਤੇਰਾ ਖਾਰਜ ਕਰਾ ਦੇਣਾ। 4 ਵਜੇ ਜਦੋਂ ਮੈਂ ਡਿਪਟੀ ਸਾਹਿਬ ਕੋਲੇ ਗਿਆ, ਮੈਨੂੰ ਕਹਿਣ ਲੱਗਾ ਜੀ ਅੱਗੋਂ ਉਸਲੇ ਆਵੀਂ ਥੈਲਾ ਚੱਕ ਕੇ ਜਿਸਲੇ ਨਵਾਂ ਡਿਪਟੀ ਆ ਜਾਵੇ। ਤੁਸੀਂ ਮੈਨੂੰ ਇਹ ਦੱਸੋ ਕਿ ਜਦੋਂ ਤੁਹਾਡੀ ਪੰਚਾਇਤ ਹੋਈ ਸੀ, ਪੰਚਾਇਤ ਦੇ ਵਿੱਚ ਤੁਹਾਡਾ ਫੈਸਲਾ ਹੋਇਆ ਸੀ ਕਿ ਵੀ ਉਹਨਾਂ ਤੁਹਾਨੂੰ 2018 'ਚ ਵਾਪਸ ਕਰਨਾ ਹੈ, 2018 'ਚ ਵਾਪਸ ਕਰਨਾ ਹੈ। ਅਜੇ ਤੱਕ ਮੈਨੂੰ 1 ਰੁਪਈਆ ਵੀ ਨਹੀਂ ਉਹਨਾਂ ਨੇ। ਤੁਸੀਂ ਮੇਰੀ ਗੱਲ ਸੁਣੋ ਨਾ, 2018 ਦੇ ਵਿੱਚ ਤੁਹਾਨੂੰ 18 ਲੱਖ ਰੁਪਈਆ ਵਾਪਸ ਕਰਨਾ ਸੀ। ਪੰਚਾਇਤ ਦੇ ਵਿੱਚ ਜਦੋਂ ਇਹ ਫੈਸਲਾ ਹੋਇਆ ਸੀ, ਤੁਸੀਂ ਜ਼ਮੀਨ ਉਹਨਾਂ ਨੂੰ ਛੱਡ ਦਿੱਤੀ ਸੀ ਜਾਂ ਤੁਹਾਡੇ ਕਬਜ਼ੇ 'ਚ ਉਦੋਂ ਸੀ ਜਦੋਂ ਉਹਨਾਂ ਪੈਸੇ ਵਾਪਸ ਕਰਨੇ ਉਦੋਂ ਛੱਡਣੀ ਸੀ? ਨਹੀਂ, ਜ਼ਮੀਨ ਇਹਨੇ ਮੇਰੇ ਕੋਲ ਨਾਇਤ ਨੰਬਰਦਾਰ ਨੇ ਜ਼ਮੀਨ ਵੀ ਲੈ ਲਈ ਸੀ, ਚੈੱਕ ਵੀ ਲੈ ਲਿਆ ਸੀ ਤੇ ਉੱਥੇ ਮੈਨੂੰ 2 ਲੱਖ ਰੁਪਈਆ ਵੀ ਦਿੱਤਾ ਸੀ ਚੌਰੀ ਅਸ਼ਰਫ ਦੇ ਡੇਰੇ ਤੇ। ਜ਼ਮੀਨ ਉਹਨਾਂ ਤੁਹਾਡੇ ਕੋਲ ਲੈ ਲਈ ਸੀ, ਲੇਕਿਨ ਰਜਿਸਟਰੀ ਤੁਹਾਡੇ ਨਾਂ ਸੀ। ਹਾਂ, ਮੇਰੇ ਨਾਲ ਅਜੇ ਵੀ ਮੇਰੇ ਨਾਲ। ਔਰ ਰਜਿਸਟਰੀ ਤੁਸੀਂ ਨਹੀਂ ਸੀ ਕਰਕੇ ਦਿੱਤੀ? ਨਹੀਂ, ਸਿਰਫ ਤੁਹਾਡੀ ਜਿਹੜਾ ਜ਼ਬਾਨੀ ਕਲਾਮੀ ਗੱਲ ਹੋਈ ਸੀ ਕਿ 2018 ਦੇ ਵਿੱਚ ਤੁਸੀਂ ਉਹ ਪੈਸੇ ਵਾਪਸ ਲੈ ਕੇ ਤੁਸੀਂ ਜ਼ਮੀਨ ਲਿਖ ਕੇ ਦੇਣੀ ਹੈ। ਹਾਂਜੀ, ਉਹਨੇ ਮੈਨੂੰ ਪੈਸੇ ਨਹੀਂ ਦਿੱਤੇ, ਮੈਂ ਉਹਦੇ ਕੋਲ ਬੜੇ ਮੰਗੇ ਔਰ ਉਹਦੇ ਪੁੱਤਰ ਦੇ ਹੱਥੀ ਜਾ ਕੇ ਮੈਂ ਕੱਢ ਕੇ ਸ਼ਨਾਖਤੀ ਕਾਰਡ ਫੜਾਤਾ ਵੀ ਇਹ ਲੈ ਸ਼ਨਾਖਤੀ ਕਾਰਡ, ਮੈਨੂੰ ਪੈਸੇ ਦੇ, ਚੱਲ ਮੇਰਾ ਜਿੱਥੇ ਅੰਗੂਠਾ ਲਵਾਉਣਾ ਲਵਾ ਲਿਆ। ਉਹਨੇ ਅੱਗੋਂ ਮੈਨੂੰ ਇਹ ਬਿਆਨ ਦਿੱਤਾ ਕਿ ਜਨਾਬ ਮੈਂ ਚੱਟੀ ਦੇ ਇੰਤਕਾਲ ਕਰਾ ਲਾਂਗਾ ਤੇ ਤੈਨੂੰ ਕੁਝ ਵੀ ਨਹੀਂ ਦੇਣਾ। ਇਸ ਤੋਂ ਇਲਾਵਾ ਤੁਹਾਡੀਆਂ ਤਸਵੀਰਾਂ ਨੇ ਨਾਜ਼ਰੀਨ, ਇਹ ਤਸਵੀਰਾਂ ਨੇ ਜਿਨ੍ਹਾਂ ਤੇ ਖੂਨ ਲੱਗਿਆ ਹੋਇਆ ਹੈ, ਉਹਨਾਂ ਨੇ ਇਹਨਾਂ ਤੇ ਤਸ਼ੱਦਦ ਵੀ ਕੀਤਾ। ਪੁਲਿਸ ਨੇ ਉਸ ਦੇ ਬਾਵਜੂਦ ਕਿਸੇ ਘਰ ਜਦੋਂ ਤੁਹਾਡੇ ਤੇ ਤਸ਼ੱਦਦ ਹੋਇਆ ਉਸ ਟਾਈਮ ਤੁਹਾਡੇ ਕੋਲ ਘਰ ਕੌਣ ਸੀ? ਉਸ ਵੇਲੇ ਮੈਂ ਸਾਂ, ਇੱਕ ਮੇਰਾ ਹਾਫਜ਼ ਕੁਰਾਨ ਦਾ ਹਾਫਜ਼ ਬੇਟਾ ਇਮਰਾਨ, ਇਹ ਸੀ ਮੌਜੂਦ। ਉਸ ਤੋਂ ਬਾਅਦ ਤਿੰਨ ਮੇਰੇ 2 ਬੇਟੇ ਤੇ ਇੱਕ ਮੇਰਾ ਭਾਣਜਾ ਆਦਨ फैक्ट्री 'ਚ ਕੰਮ ਕਰਦੇ ਸੀ। ਉਹ ਉੱਤੋਂ मौके ਤੇ ਆਏ, ਉਹਨਾਂ ਨੇ ਆ ਤੇ ਸਾਡੀ ਜਾਨ ਛੁਡਵਾਈ ਔਰ ਮੇਰੇ ਘਰ ਦੇ ਮੇਰੀਆਂ ਇੱਟਾਂ ਵੀ ਪੱਟੀਆਂ ਔਰ ਮੇਰੇ ਮਕਾਨਾਂ ਦੇ ਬੂਹੇ ਵੀ ਤੋੜੇ, ਦਰਵਾਜ਼ਾ ਵੀ ਪਿਆ ਮੌਜੂਦ। ਕੋਈ ਵੀ ਜਾ ਤੇ ਮੌਕਾ ਵੀ। ਰਾਤ 9 ਵਜੇ ਬੰਦੇ ਆਏ ਨੇ, ਪੁਲਿਸ ਨੇ 8:30 ਵਜੇ ਦਾ ਟਾਈਮ ਲਿਖਿਆ। ਤੁਹਾਡੇ ਕੀ ਮੁਤਾਲਬਾਤ ਨੇ? ਹੁਣ ਤੁਸੀਂ ਆਪਣੇ ਅੱਲਾ ਹੁਕਮਰਾਨ ਜਿਹੜੇ ਨੇ, ਪੁਲਿਸ ਦੇ ਆਲਾ ਅਫਸਰਾਨ ਨੇ, ਕੀ ਤੁਹਾਡੇ ਮੁਤਾਲਬਾਤ ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਮੈਂ ਉਹਨਾਂ ਨੂੰ ਇਹ ਕਹਿਣਾ ਕਿ ਮੇਰਾ ਜੋ ਹੱਕ ਹੈ, ਮੇਰਾ ਇਹਨਾਂ ਨੇ ਜੋ ਨੁਕਸਾਨ ਕਰਵਾਇਆ ਉਹ ਵੀ ਦੇਣ ਤੇ ਜਾਂ ਮੇਰੀ ਜ਼ਮੀਨ ਦੇਣ ਜਾਂ ਮੈਨੂੰ ਜ਼ਮੀਨ ਦੇ ਪੈਸੇ ਦਵਾਉਣ ਤੇ ਮੈਂ ਇੱਥੋਂ ਚਲਾ ਜਾਵਾਂ। ਮੈਂ ਗਰੀਬ ਬੰਦਾ, ਇੱਕ ਪਰਦੇਸੀ ਹਾਂ, मेरा इतने कोई गल सुनने वाला बंदा नहीं है, ना ही मेरी कोई पुलिस गल सुन रही है। जी नादरीन, इनका बेटा भी मेरे साथ मौजूद है, उनसे भी जानते हैं कि वो इस बारे में क्या कहते हैं। अस्सलाम वालेकुम। वालेकुम सलाम। अच्छा भाई जी, तुसी मैंने दसो कि यह जो तशद्दुद होया है उस टाइम तुसी घर मौजूद सा जे? नहीं सर, मैं काम पे गया था फैक्ट्री आदन,
ਤੇ ਉੱਤੋਂ ਆਇਆ ਸਾਂ ਤੇ ਇੱਕ ਮਾਮਲਾ ਚੱਲ ਰਿਹਾ ਸੀ ਕਿ ਅੱਬੂ ਨੂੰ ਮਾਰ ਰਹੇ ਸਨ। 7 ਬੰਦੇ ਸਨ, ਜਮੀਲ, ਅਹਿਮਦ ਅਲੀ ਤੇ ਲਿਆਕਤ ਤੇ ਮੁਹੰਮਦ। ਇਹਨਾਂ ਕੋਲ ਸੋਟੇ ਤੇ ਜਮੀਲ ਕੋਲ ਰਾਈਫਲ ਸੀ, ਅਹਿਮਦ ਅਲੀ ਕੋਲ ਪਿਸਤਲ ਸੀ ਤੇ ਉਹ ਸਾਡੇ ਤੇ ਫਾਇਰਿੰਗ ਹੋ ਘਰ ਵੀ ਇੱਟਾਂ ਬਾਹਾਂ ਸਾਰੀਆਂ ਟੁੱਟੀਆਂ ਨੇ, ਦਰਵਾਜ਼ਾ ਬਾਹਰਲਾ ਵੀ ਤੇ ਘਰ ਦੇ ਗੇਟ ਵੀ ਤੋੜੇ ਇਹਨਾਂ ਨੇ। ਕਿੰਨੀ ਦੇਰ ਹੋ ਗਏ ਤੁਹਾਨੂੰ ਅਦਾਲਤਾਂ 'ਚ ਧੱਕੇ ਖਾਂਦੇ ਹੋ ਕਰੋ? 7 साल हो गए, 8 साल धक्के खाने में। जी नादरीन, ये चाचा जी मेरे साथ मौजूद हैं। 7 से 8 साल हो गए अदालतों के धक्के खा रहे हैं। पुलिस वाले इनकी बात नहीं सुनते। इनके पास असल रजिस्ट्री भी मौजूद है, उस ज़मीन के असल कागजात मौजूद हैं। एसी से जो मार्क की हुई एप्लीकेशनें हैं वो भी इनके पास मौजूद हैं, ये आप देख सकते हैं। उसके बाद इनके पास स्टाम्प, चेक और उसके अलावा ये उनकी रजिस्ट्री और ये स्टाम्प जो है, ये सारे कागजात इनके पास मौजूद है, लेकिन अभी तक इनको इंसाफ नहीं मिला। मैं पूछना चाहता हूँ उस वज़ीर आज़म से, उन आला हुक्मरान से, आला अफसरान से कि क्या गरीब लोगों को इस तरह ही इंसाफ मिलेगा इस मुल्क के अंदर? ये धक्के खा के अपने सुबह घर से निकलते हैं, शाम को फिर वापस चले जाते हैं। 8 साल हो गए हैं लेकिन अभी तक इनको इंसाफ नहीं मिल सका। हमारे मुल्क के अंदर कानून सिर्फ उन गरीब लोगों के लिए है। मैं पूछना चाहता हूँ उन हुक्मरानों से, क्या जिनके पास पैसा है उनके लिए कोई कानून नहीं है? क्योंकि इन्होंने अमाउंट जो है वो अदा की है, इनके पास असल उस ज़मीन के कागजात हैं। अगर इनके पास असल कागजात हैं वो कैसे इनके पास आए हैं? आखिर इन्होंने कोई पैसे अमाउंट दी है तो इनके पास आए हैं ना। हमारी उन आला हुकाम से गुजारिश है कि खुदारा ऐसे लोगों का ख्याल रखें और इनको इंसाफ दें ताकि ये लोग कोई गलत कदम ना उठा सकें। अगर इनको इंसाफ नहीं मिलता तो लड़ाई झगड़े बढ़ेंगे और बहुत सारे मामलात पेश आएंगे। हो सकता है कि कोई ना कोई इंसान जो है अपनी ज़िंदगी की बाजी हार जाए। इनको इंसाफ मिलना चाहिए। इसके साथ ही अपने मेज़बान उमैर अली को इजाज़त दीजिए और देखते रहिए 42 HD TV। अल्लाह ने